ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ 4 ਲਾਵਾਂ ਦਾ ਜ਼ਿਕਰ ਕਰ ਰਹੇ ਹਾਂ। ਦੂਸਰੀ ਲਾਮ ਦੀ ਆਖਰੀ ਲਾਈਨ ਦੇ ਵਿੱਚ ਆਇਆ, ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਬਜਾਏ। ਅਨਹਦ ਸ਼ਬਦ ਜੋ ਹੈ, ਇਸ ਨੂੰ ਸ਼ੁਰੂਆਤ ਤੋਂ ਸਮਝਣ ਵਾਸਤੇ ਇਸ ਤਰ੍ਹਾਂ ਮੈਂ ਵਿਚਾਰ ਦੇ ਰਿਹਾ ਹਾਂ ਕਿ ਜਿਸ ਵਕਤ ਕੋਈ ਸੰਗੀਤ ਸਿੱਖਣ ਜਾਂਦਾ ਹੈ ਤਾਂ ਉਸ ਨੂੰ ਜਿਹੜਾ ਪਹਿਲਾ ਸਬਕ ਦੱਸਿਆ ਜਾਂਦਾ ਹੈ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਆਹਤ ਔਰ ਅਨਾਹਤ, ਇਹ 2 ਕਿਸਮ ਦਾ ਨਾਦ ਹੁੰਦਾ ਹੈ, ਇਹ 2 ਕਿਸਮ ਦੀ ਆਵਾਜ਼ ਹੁੰਦੀ ਹੈ। ਆਹਤ ਨਾਦ ਜੋ 2 ਚੀਜ਼ਾਂ ਦੇ ਟਕਰਾਉਣ ਨਾਲ ਜਾਂ 2 ਚੀਜ਼ਾਂ ਦੇ ਮੇਲ ਸੁਮੇਲ ਦੇ ਨਾਲ ਜਾਂ 2 ਚੀਜ਼ਾਂ ਦੇ ਆਪੋ ਵਿੱਚ ਦੀ ਸੰਪਰਕ ਦੇ ਨਾਲ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਆਹਤ ਨਾਦ ਕਿਹਾ ਜਾਂਦਾ ਹੈ। ਲੇਕਿਨ ਜੋ ਅਨਾਹਤ ਨਾਦ ਹੈ ਉਹ ਜਿੰਨੇ ਵੀ ਤੁਸੀਂ ਅੱਜ ਤੱਕ ਗ੍ਰੰਥ ਪੜ੍ਹੇ ਹੋਣਗੇ ਉਹਨਾਂ ਦੇ ਵਿੱਚ ਇਹ ਲਿਖਿਆ ਹੁੰਦਾ, ਇਹ ਇੱਕ ਅੰਦਰ ਦੀ ਅਵਸਥਾ ਹੈ ਔਰ ਇਸ ਦੇ ਵਿੱਚ ਬੜਾ ਆਨੰਦ ਹੁੰਦਾ ਹੈ। ਇਹ ਆਤਮਾ ਅਤੇ ਪਰਮਾਤਮਾ ਦੇ ਮੇਲ ਦੀ, ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਚੁੱਕਾ, ਉਹ ਇੱਕ ਕੜੀ ਹੈ। ਜੋ ਅਨਾਹਤ ਜਾਂ ਅਨਹਦ ਜਿਸ ਨੂੰ ਕਿਹਾ ਹੈ, ਵੀ ਜਿਸ ਦੀ ਕੋਈ ਹੱਦ ਨਹੀਂ, ਉਸ ਨੂੰ ਇਸ ਤਰ੍ਹਾਂ ਸਮਝੀ ਜਾਏ ਕਿ ਅਨਹਦ ਨਾਦ ਜੋ ਹੈ ਇਹ ਉਸ ਪਰਮ ਤੱਤ, ਪਰਮ ਈਸ਼ਵਰ, ਪਰਮ ਆਤਮਾ ਤੋਂ ਇੱਕ ਚੁੰਬਕੀ ਸ਼ਕਤੀ ਦੀ ਤਰ੍ਹਾਂ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਫੈਲਿਆ ਹੋਇਆ ਹੈ। ਇਸ ਨਾਦ ਨੇ ਹੀ ਜੋ ਪ੍ਰਮੁੱਖ 4 ਤੱਤ ਹਨ ਉਹਨਾਂ ਨੂੰ ਆਪਣੀ ਸ਼ਕਤੀ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ ਔਰ ਸਾਰਿਆਂ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਉਹ ਸ਼ਕਤੀ ਜੋ ਹੈ ਉਹ ਸੰਚਾਲਿਤ ਕਰ ਰਹੀ ਹੈ। ਇਨਸਾਨ ਦੇ ਅੰਦਰ ਜਦੋਂ ਸਿਮਰਨ ਦੇ ਰਾਹੀਂ ਆਪਣੇ ਆਪ ਜਾਪ ਸ਼ੁਰੂ ਹੋ ਜਾਂਦਾ ਹੈ, ਸਿਮਰਨ ਅਸੀਂ ਕਿਸੇ ਸ਼ਬਦ ਨੂੰ, ਕਿਸੇ ਇੱਕ ਅਕਸ਼ਰ ਨੂੰ, ਕਿਸੇ ਮੰਤਰ ਨੂੰ, ਕਿਸੇ ਗੱਲ ਨੂੰ ਵਾਰ-ਵਾਰ ਪੜ੍ਹਦੇ ਹਾਂ ਤਾਂ ਉਹ ਮੰਤਰ ਬਣ ਜਾਂਦਾ ਹੈ ਔਰ ਕਿਸੇ ਮੰਤਰ ਨੂੰ ਵਾਰ-ਵਾਰ ਪੜ੍ਹਦੇ ਹਾਂ ਤਾਂ ਉਹ ਸਿੱਧ ਮੰਤਰ ਹੋ ਜਾਂਦਾ ਹੈ। ਇਹ ਮੈਂ ਜ਼ਿਕਰ ਪਹਿਲਾਂ ਕਰ ਚੁੱਕਾ ਹਾਂ। ਅਸੀਂ ਗੱਲ ਕਰਦੇ ਹਾਂ ਅਨਹਦ ਨਾਦ ਦੀ। ਇਹ ਤੀਸਰੀ ਅਵਸਥਾ ਹੈ, ਸਿਮਰਨ ਤੋਂ ਸ਼ੁਰੂ ਹੁੰਦੀ ਹੈ, ਜਪ ਤੋਂ ਸ਼ੁਰੂ ਹੁੰਦੀ ਹੈ, ਜਪ ਤੋਂ ਅਜਪਾ ਜਾਪ ਬਣਦਾ ਹੈ ਔਰ ਅਜਪਾ ਜਾਪ ਦੇ ਨਾਲ ਹੀ ਨਾਦ ਦੀ ਅਵਸਥਾ ਬਣਦੀ ਹੈ ਔਰ ਅਜਪਾ ਜਾਪ ਤੋਂ ਬਾਅਦ ਜੋ ਹੈ ਉਹ ਨਾਦ ਸ਼ੁਰੂ ਹੁੰਦਾ ਹੈ। ਕਬੀਰ ਸਾਹਿਬ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਜਿਸ ਵਕਤ ਕਬੀਰ ਸਾਹਿਬ ਦੀ ਸ਼ੁਰੂਆਤ ਦੀ ਸਿਮਰਨ ਕਰਨ ਦੀ, ਜਪ ਕਰਨ ਦੀ ਅਵਸਥਾ ਸੀ ਤਾਂ ਉਸ ਵਕਤ ਉਹ ਆਪਣੀ ਮਾਤਾ ਨੂੰ ਕਹਿੰਦੇ ਹਨ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰਤ ਰਾਮ ਸਨੇਹੀ। ਕਿ ਮਾਤਾ, ਇਹ ਜਦੋਂ ਧਾਗਾ ਟੁੱਟ ਜਾਂਦਾ ਹੈ, ਇਸ ਧਾਗੇ ਨੂੰ ਨਲਕੀ 'ਚ ਪਾਉਣ ਵਾਸਤੇ ਮੈਨੂੰ ਫੂਕ ਮਾਰਨੀ ਪੈਂਦੀ ਹੈ ਤਾਂ ਉਹ ਜਿੰਨਾ ਟਾਈਮ ਮੈਨੂੰ ਫੂਕ ਮਾਰ ਕੇ ਧਾਗਾ ਟਪਾਉਣ 'ਚ ਲੱਗਦਾ ਓਨਾ ਸਮਾਂ ਮੈਂ ਆਪਦੇ ਰਾਮ ਤੋਂ ਵਿਛੜਦਾ ਹਾਂ। ਯਾਨੀ ਕਿ ਉਹਨਾਂ ਨੇ ਇਸ ਅਵਸਥਾ ਨੂੰ, ਜਿਹੜੀ ਕਿ ਸਾਸ ਸਾਸ ਮੇ ਨਾਮ ਜਪ, ਵੀ ਸਵਾਸਾਂ ਦੇ ਨਾਲ ਸਿਮਰਨ ਨੂੰ ਇਹ ਅਵਸਥਾ ਜਿਹੜੀ ਹੈ ਨਾ ਉਹ ਪ੍ਰਗਟ ਕਰਦੀ ਹੈ। ਔਰ ਉਸ ਤੋਂ ਬਾਅਦ ਜੋ ਅਗਲੀ ਅਵਸਥਾ ਹੈ ਜਿਸ ਦਾ ਜ਼ਿਕਰ ਕਬੀਰ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ ਕੀਤਾ ਹੈ, ਜਿਹਨੂੰ ਅਸੀਂ ਅਜਪਾ ਜਾਪ ਕਰ ਰਹੇ ਹਾਂ। ਅਜਪਾ ਜਾਪ ਕਹਿੰਦੇ ਹਨ ਕਿ ਅੰਦਰ ਜਪ ਹੋ ਰਿਹਾ ਹੈ ਲੇਕਿਨ ਅਸੀਂ ਨਹੀਂ ਕਰ ਰਹੇ। ਅਸੀਂ ਅੰਦਰ ਹੋ ਰਹੇ ਜਾਪ ਨੂੰ ਸੁਣਨਾ ਹੈ
ਔਰ ਅਸੀਂ ਉਸ ਨੂੰ ਸੁਣ ਰਹੇ ਹਾਂ। ਇੱਥੇ ਕਬੀਰ ਸਾਹਿਬ ਕੀ ਕਹਿੰਦੇ ਹਨ ਕਿ ਮਾਲਾ ਫੇरूं ਨਾ ਹਰ ਭਜੂं, ਮੁਖ ਸੇ ਕਹੂੰ ਨਾ ਰਾਮ, ਮੇਰੋ ਰਾਮ ਮੁਝ ਕੋ ਭਜੇ ਤਬ ਪਾऊं ਵਿਸ਼ਰਾਮ। ਕਿ ਮੇਰਾ ਰਾਮ, ਜਿਹੜੀ ਸਾਡੇ ਅੰਦਰ ਆਤਮਾ ਹੈ ਉਸ ਨੂੰ ਵੀ ਰਾਮ ਕਿਹਾ ਜਾਂਦਾ ਹੈ। ਕਿ ਅਸੀਂ ਕਹਿੰਦੇ ਹਾਂ ਕਿ ਜਿਸ ਵਕਤ ਕਈ ਵਾਰ ਅਸੀਂ ਕਿਸੇ ਪ੍ਰਾਣੀ ਦਾ ਅੰਤਮ ਸੰਸਕਾਰ ਕਰਦੇ ਹਾਂ, ਅਗਨੀ ਭੇਟ ਕਰਦੇ ਹਾਂ, ਤਾਂ ਅਗਲੇ ਦਿਨ ਜਦੋਂ ਉਸ ਦੀਆਂ ਅਸਥੀਆਂ ਚੁਗੀਆਂ ਜਾਂਦੀਆਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਫੁੱਲ ਚੁਗਣਾ, ਤਾਂ ਉਹਦੇ ਵਿੱਚ ਕਈ ਵਿਦਵਾਨ ਇਹ ਕਹਿੰਦੇ ਹਨ ਕਿ ਇਸ ਜੀਵ ਦਾ ਦੇਖੋ ਆਤਮਾ ਰਾਮ ਲੱਭਦਾ। ਇਹ ਕਹਾਣੀ ਹੈ, ਲੇਕਿਨ ਅੰਦਰ ਜਿਹੜਾ ਆਤਮਾ ਹੈ ਉਸ ਨੂੰ ਆਤਮਾ ਰਾਮ ਕਿਹਾ ਜਾਂਦਾ ਹੈ। ਤਾਂ ਉਹ ਕਬੀਰ ਸਾਹਿਬ ਕਹਿੰਦੇ ਕਿ ਮੇਰਾ ਜਿਹੜਾ ਆਤਮਾ ਰਾਮ ਹੈ, ਮੇਰਾ ਜਿਹੜਾ ਰਾਮ ਹੈ, ਉਹ ਮੈਨੂੰ ਭਜ ਰਿਹਾ ਹੈ। ਭਜ ਰਿਹਾ ਮਤਲਬ ਉਹ ਸਿਮਰਨ ਕਰ ਰਿਹਾ ਹੈ। ਕਿ ਕਬੀਰ ਸਾਹਿਬ ਦੇ ਅੰਦਰੋਂ ਆਪਣੇ ਆਪ ਜਦੋਂ ਸਿਮਰਨ ਹੋਣ ਦੀ ਅਵਸਥਾ ਬਣੀ ਤਾਂ ਉਹਨਾਂ ਨੇ ਇਸ ਸ਼ਲੋਕ ਦਾ ਵਰਣਨ ਕੀਤਾ ਹੈ। ਹੁਣ ਜਿਹੜੀ ਪ੍ਰਮੁੱਖ ਗੱਲ ਹੈ ਅਨਹਦ ਨਾਦ ਦੀ, ਉਸ ਦਾ ਵਰਣਨ ਕਬੀਰ ਸਾਹਿਬ ਨੇ ਇਸ ਤਰ੍ਹਾਂ ਕੀਤਾ ਹੈ। ਕਬੀਰਾ ਮਨ ਨਿਰਮਲ ਭਇਆ, ਜਿਉ ਗੰਗਾ ਕਾ ਨੀਰ, ਪਾਛੇ ਪਾਛੇ ਹਰ ਫਿਰੇ ਕਹਿਤ ਕਬੀਰ ਕਬੀਰ। ਪਹਿਲੇ ਦੇ ਵਿੱਚ ਸਵਾਸਾਂ ਦੇ ਨਾਲ ਜਾਪ, ਦੂਸਰੇ ਦੋਹੇ ਦੇ ਵਿੱਚ, ਦੂਸਰੇ ਸ਼ਲੋਕ ਦੇ ਵਿੱਚ, ਦੂਸਰੇ ਸ਼ਬਦ ਦੇ ਵਿੱਚ ਅੰਦਰੋਂ ਜਪ ਹੋ ਰਿਹਾ, ਉਸ ਨੂੰ ਸੁਣਨ ਦੀ ਅਵਸਥਾ। ਔਰ ਤੀਸਰੇ ਦੇ ਵਿੱਚ ਕਬੀਰਾ ਮਨ ਨਿਰਮਲ ਭਇਆ, ਜਿਉ ਗੰਗਾ ਕਾ ਨੀਰ। ਗੰਗਾ ਦਾ ਪਾਣੀ ਜਦੋਂ ਪਹਾੜਾਂ 'ਚੋਂ ਆਉਂਦਾ ਹੈ ਰਿਸ਼ੀਕੇਸ਼ ਹਰਿਦੁਆਰ ਤੱਕ, ਉਹ ਪਾਣੀ ਇੰਨਾ ਨਿਰਮਲ ਔਰ ਸਵੱਛ ਹੁੰਦਾ ਹੈ ਕਿ ਅਗਰ ਉਸ ਤੋਂ ਥੱਲੇ ਕੋਈ ਚੀਜ਼ ਡਿੱਗੀ ਹੈ ਤਾਂ ਉਸ ਪਾਣੀ ਦੇ ਵਿੱਚੋਂ ਜਿਹੜੀ ਹੈ ਨਾ ਉਹ ਸਾਫ਼ ਚੀਜ਼ ਦਿਸਦੀ ਹੈ। ਜਿਸ ਤਰ੍ਹਾਂ ਕਿ ਪਹਿਲਾਂ ਜ਼ਿਕਰ ਆ ਚੁੱਕਿਆ ਨਾ ਕਿ ਭਾਵਨਾ ਨਿਰਮਲ ਹੋ ਜਾਂਦੀ ਹੈ, ਉਹ ਪਾਣੀ ਇੰਨਾ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਕਿ ਮੇਰਾ ਮਨ ਇੰਨਾ ਸਾਫ਼ ਹੋ ਗਿਆ ਕਿ ਉਹਦੇ ਵਿੱਚ ਕੋਈ ਮੈਲ ਨਹੀਂ ਬਚੀ ਹੈ, ਉਹਦੇ ਵਿੱਚ ਕੋਈ ਕੁਛ ਐਸਾ ਨਹੀਂ ਹੈ ਕਿ ਜਿਹੜਾ ਮੈਂ ਆਪਣੇ ਮਨ ਨੂੰ ਸਾਫ਼ ਤੌਰ 'ਤੇ ਨਹੀਂ ਦੇਖ ਸਕਦਾ, ਨਹੀਂ ਸੁਣ ਸਕਦਾ, ਨਹੀਂ ਸਮਝ ਸਕਦਾ। ਕਬੀਰਾ ਮਨ ਨਿਰਮਲ ਭਇਆ, ਜਿਉ ਗੰਗਾ ਕਾ ਨੀਰ, ਪਾਛੇ ਪਾਛੇ ਹਰ ਫਿਰੇ ਕਹਿਤ ਕਬੀਰ ਕਬੀਰ। ਕਿਉਂਕਿ ਜੋ ਅਨਹਦ ਨਾਦ ਹੈ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਗੂੰਜ ਰਿਹਾ ਹੈ, ਲੇਕਿਨ ਕਿਸੇ ਸੰਤ ਸਤਿਗੁਰੂ ਮਹਾਂਪੁਰਸ਼ ਦੀ ਸਿੱਧ ਕੀਤੀ ਹੋਈ ਬਾਣੀ ਦਾ ਜਪ ਕਰਨ ਦੇ ਨਾਲ ਇਹ ਅਵਸਥਾਵਾਂ ਪ੍ਰਾਪਤ ਹੁੰਦੀਆਂ ਹਨ। ਤਾਂ ਫਿਰ ਸਾਡੇ ਚਾਰ ਚੁਫੇਰੇ ਜੋ ਹੈ ਉਹ ਗੂੰਜ ਸੁਣਾਈ ਦਿੰਦੀ ਹਨ। ਸ਼ੁਰੂਆਤ ਦੇ ਦੌਰ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਮੇਰੇ ਕੰਨਾਂ ਦੇ ਵਿੱਚ ਖੁਸ਼ਕੀ ਹੋ ਗਈ ਅਤੇ ਮੇਰੇ ਕੰਨਾਂ ਦੇ ਵਿੱਚੋਂ ਸੂੰ ਸੂੰ ਜਾਂ ਸਾਂ ਸਾਂ ਦੀ ਆਵਾਜ਼ ਆ ਰਹੀ ਹੈ। ਅਣਜਾਣਪੁਣੇ ਦੇ ਵਿੱਚ ਲੋਕ ਕਈ ਵਾਰੀ ਜੋ ਹੈ ਨਾ ਉਹ ਡਾਕਟਰਾਂ ਵੈਦਾਂ ਕੋਲ ਜਾਂਦੇ ਹਨ ਕਿ ਡਾਕਟਰ ਸਾਹਿਬ ਦੇਖੋ ਸਾਡੇ ਕੰਨਾਂ ਦੇ ਵਿੱਚ ਖੁਸ਼ਕੀ ਹੋ ਗਈ। ਇਸ ਤਰ੍ਹਾਂ ਦਾ ਇੱਕ ਮੈਨੂੰ ਵਾਕਿਆ ਯਾਦ ਆ ਗਿਆ। ਸਾਡੇ ਇੱਕ ਮਿੱਤਰ ਸੀ ਸ਼੍ਰੀ ਮਸਤ ਰਾਮ ਜੀ, ਹਿਮਾਚਲ ਦੇ ਰਹਿਣ ਵਾਲੇ ਸੀ ਔਰ ਇੱਥੇ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਦੀ ਜੋਬ ਸੀ। ਉਹ ਇੱਕ ਦਿਨ ਮੇਰੇ ਬੇਟੇ ਨੂੰ ਕਹਿੰਦੇ ਕਿ ਬੱਬੂ ਯਾਰ ਮੇਰੇ ਕੰਨਾਂ 'ਚ ਕੁਛ ਹੋ ਗਿਆ ਅਤੇ ਮੈਂ ਮਲੋਟ ਦੇ ਬਹੁਤ ਸਾਰੇ ਡਾਕਟਰ ਟਰਾਈ ਕਰ ਲਏ ਪਰ ਉਹ ਕਿਸੇ ਤੋਂ ਮੇਰੀ ਆਵਾਜ਼ ਬੰਦ ਨਹੀਂ ਹੋਈ। ਬੇਟੇ ਦੇ ਨਾਲ ਵੀ ਉਹਨਾਂ ਦੀ ਦੋਸਤੀ ਸੀ, ਮੇਰੇ ਨਾਲ ਵੀ ਉਹਨਾਂ ਦਾ ਸਹਿਚਾਰ ਸੀ। ਅਤੇ ਬੇਟਾ ਉਹਨਾਂ ਨੂੰ ਕਹਿੰਦਾ ਵੀ ਉਹ ਬੈਠਾ ਤੁਹਾਡਾ ਡਾਕਟਰ, ਉਹਦੇ ਕੋਲ ਚਲੇ ਜਾਓ। ਉਹ ਮਸਤ ਰਾਮ ਜੀ ਮੇਰੇ ਕੋਲ ਆਏ, ਕਹਿੰਦੇ ਵੀ ਆਹ ਕੁਛ ਹੋ ਰਿਹਾ ਮੇਰੇ ਨਾਲ। ਮੈਂ ਉਹਨਾਂ ਨੂੰ ਕਿਹਾ ਮਸਤ ਰਾਮ ਜੀ ਮੁਬਾਰਕਾਂ ਹੋਣ, ਜੋ ਤੁਸੀਂ ਹੁਣ ਤੱਕ ਸਿਮਰਨ ਕੀਤਾ, ਕਿਉਂਕਿ ਉਹਦਾ ਪਰਿਵਾਰ ਉੱਥੇ ਪਿੱਛੇ ਹਿਮਾਚਲ 'ਚ ਰਹਿੰਦਾ ਸੀ, ਸਿਮਰਨ ਕਰਦਾ ਸੀ ਬਹੁਤ। ਉਸਨੇ ਮਾਲਾ ਫੇਰੀ, ਜਪ ਕੀਤਾ, ਰਾਮ ਰਾਮ ਦਾ ਜਪ ਕਰਦਾ ਸੀ। ਉਸ ਜਾਪ ਨੇ ਉਹਦੇ ਅੰਦਰ ਘਰ ਕੀਤਾ, ਉਸ ਘਰ ਨੇ ਉਹਨੂੰ ਅਨਹਦ ਦੇ ਨਾਲ ਜੋੜ ਦਿੱਤਾ। ਮੈਂ ਕਿਹਾ ਜੀ ਇਹ ਉਹ ਅਵਸਥਾ ਹੈ ਜਿਸ ਅਵਸਥਾ ਨੂੰ ਪਰਮਾਤਮਾ ਦੇ ਨਾਲ ਮੇਲ ਹੋਣ ਵਾਲੀ ਅਵਸਥਾ ਕਹਿੰਦੇ ਹਨ। ਇਹ ਜੋ ਅਨਹਦ ਨਾਦ ਹੈ
ਇਸ ਨੂੰ ਹੀ ਰਾਮ ਨਾਮ ਕਹਿੰਦੇ ਹਨ, ਇਸ ਨੂੰ ਹੀ ਸਤਨਾਮ ਕਹਿੰਦੇ ਹਨ। ਔਰ ਇਹੀ ਇੱਕ ਉਹ ਅਵਸਥਾ ਹੈ ਜਿਹੜੀ ਸਾਡੀ ਆਤਮਾ ਨੂੰ ਉਸ ਪਰਮ ਤੱਤ ਦੇ ਨਾਲ ਮਿਲਾਉਂਦੀ ਹੈ। ਅੱਜ ਇਸ ਦਾ ਮੈਂ ਜ਼ਿਕਰ ਕੀਤਾ ਹੈ। ਅਗਲੀ ਕੜੀ ਦੇ ਵਿੱਚ ਅਜੇ ਮੈਂ ਹੋਰ ਇਸ ਦੇ ਉੱਪਰ ਚਰਚਾ ਕਰੂੰਗਾ ਕਿ ਹੋਰ ਸੰਤਾਂ ਮਹਾਂਪੁਰਸ਼ਾਂ ਨੇ ਇਸ ਅਵਸਥਾ ਨੂੰ ਕਿਸ ਤਰ੍ਹਾਂ ਬਿਆਨ ਕੀਤਾ। ਧੰਨਵਾਦ। ਦਾਤਾ ਭਲਾ ਕਰੇ। ਰਾਮ ਰਾਮ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।